ਪਰ 500 ਰੁਪਈਆ ਉਹਨਾਂ ਵੱਲੋਂ ਸੇਵਾ ਪਹੁੰਚੀ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਇੱਥੇ ਜੀ ਆਇਆਂ ਕਿਹਾ ਜਾਂਦਾ ਹੈ ਜੀ। ਆਉਣ ਤੇ ਸਾਬਕਾ ਸਰਪੰਚ ਸਰਦਾਰ ਪ੍ਰੇਮ ਸਿੰਘ ਜੀ ਰੰਧਾਵਾ ਸਾਹਿਬ, ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕੁਝ ਟਾਈਮ ਵਾਸਤੇ ਸਿੰਘ ਸਾਹਿਬ ਕੋ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਤਾਰਿਆ। ਸਗਲ ਦਵਾਰ ਕੋ ਛਾਡ ਕੇ, ਗਹਿਓ ਤੁਹਾਰੋ ਦੁਆਰ। ਵਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦਵਾਰ ਕੋ ਛਾਡ ਕੇ, ਗਹਿਓ ਤੁਹਾਰੋ ਦੁਆਰ। ਵਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ। ਨਿਉਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ। ਚਵਰ ਛਤਰ ਤਖਤਾਂ ਦੇ ਮਾਲਕ, ਸੁੰਦਰ ਸਿੰਘਾਸਨਾਂ ਉਪਰ ਬਿਰਾਜਮਾਨ। ਦੀਨ ਦੁਨੀਆ ਦੇ ਮਾਲਕ, ਵਾਲੀ ਕੁਲ ਆਲਮ। ਜ਼ਾਹਿਰਾ ਜ਼ਹੂਰ, ਹਾਜ਼ਰਾ ਹਜ਼ੂਰ।
ਕੁਲ ਕਾਇਨਾਤ ਦੇ ਸਾਂਝੇ ਰਹਿਬਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਪ੍ਰੇਮ ਦੇ ਨਾਲ, ਬੜੀ ਹੀ ਭਾਵਨਾ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਜੁੜ ਮਿਲ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਮੈਂ ਰਹਿਮਤ ਕੀਤੀ ਹੈ ਪਿਆਰਿਓ। ਸਾਨੂੰ ਇਹ ਸਾਰਿਆਂ ਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਆਪ ਜੀ ਬੜੇ ਹੀ ਪ੍ਰੇਮ ਦੇ ਨਾਲ, ਬੜੀ ਹੀ ਭਾਵਨਾ ਦੇ ਨਾਲ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਹੋ। ਆਓ ਸਭ ਤੋਂ ਪਹਿਲਾਂ ਆਪ ਸਰਬੱਤ ਸੰਗਤਾਂ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਆਪ ਜੀ ਬੜੇ ਹੀ ਪ੍ਰੇਮ ਦੇ ਨਾਲ, ਬੜੀ ਹੀ ਭਾਵਨਾ ਦੇ ਨਾਲ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦੇ ਕੀਰਤਨ ਸੁਣ ਰਹੇ ਸੀ। ਉਹ ਕੀਰਤਨ ਜਿਹੜਾ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਰੰਭ ਹੋਇਆ ਹੈ। ਸਤਿਗੁਰੂ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ, ਕਹਿੰਦੇ ਨੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ। ਪਾਤਸ਼ਾਹ ਗੁਰਬਾਣੀ ਅੰਦਰ ਉਚਾਰਨ ਕਰਕੇ ਸਮਝਾਉਣਾ ਕਰਦੇ ਨੇ, ਕਹਿੰਦੇ ਨੇ ਜਿਹੜਾ ਵੀ ਬੰਦਾ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦੇ ਕੀਰਤਨ ਨੂੰ ਸੁਣਦਾ, ਪਾਤਸ਼ਾਹ ਆਖਦੇ ਨੇ, ਕਹਿੰਦੇ ਨੇ ਉਸ ਦੇ ਲਾਗੇ ਫਿਰ ਕਦੀ ਵੀ ਕੋਈ ਦੁੱਖ ਨਹੀਂ ਆਉਂਦਾ। ਕਿਉਂਕਿ ਜੇਕਰ ਆਪਾਂ ਸੰਸਾਰ ਅੰਦਰ ਝਾਤ ਮਾਰ ਕੇ ਦੇਖੀਏ, ਨਾਨਕ ਦੁਖੀਆ ਸਭ ਸੰਸਾਰ, ਭਾਵ ਜਿਹੜਾ ਵੀ ਬੰਦਾ ਸੰਸਾਰ ਤੇ ਰਹਿੰਦਾ ਹੈ ਉਸ ਨੂੰ ਕਿਸੇ ਨਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦੁੱਖ ਲੱਗਾ ਹੋਇਆ ਹੈ। ਸਰੀਰ ਕਰਕੇ ਵੀ ਦੁੱਖਾਂ ਦੇ ਨਾਲ ਗ੍ਰਸਤ ਹੈ ਤੇ ਮਨ ਕਰਕੇ ਤਾਂ ਬਹੁਤ ਜ਼ਿਆਦਾ ਦੁੱਖਾਂ ਨੇ ਸਾਨੂੰ ਘੇਰਿਆ ਹੋਇਆ ਹੈ। ਕਿਸੇ ਨੂੰ ਕਿਸੇ ਪ੍ਰਕਾਰ ਦਾ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦਾ ਹੈ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ ਨੇ, ਕਹਿੰਦੇ ਨੇ ਜਿਹੜਾ ਵੀ ਕੀਰਤਨ ਸੁਣ ਲੈਂਦਾ ਹੈ ਮਨ ਕਰਕੇ ਅਤੇ ਸਰੀਰ ਕਰਕੇ, ਉਸ ਦੇ ਲਾਗੇ ਕਦੀ ਵੀ ਕੋਈ ਦੁੱਖ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਨੇ, ਕਹਿੰਦੇ ਨੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ। ਉਸ ਬੰਦੇ ਦੇ ਲਾਗੇ ਪਿਆਰਿਓ ਫਿਰ ਕਦੀ ਵੀ ਕੋਈ ਦੁੱਖ ਨਹੀਂ ਆਉਂਦਾ, ਭਾਵੇਂ ਮਨ ਕਰਕੇ ਹੋਵੇ ਭਾਵੇਂ ਸਰੀਰ ਕਰਕੇ ਹੋਵੇ। ਕਿਉਂਕਿ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੀਰਤਨ ਦੇ ਅੰਦਰ ਪਿਆਰਿਓ ਐਸੀ ਬਖਸ਼ਿਸ਼ ਏ, ਐਸੀ ਕਿਰਪਾ ਏ, ਜਿੱਥੇ ਜੀਵਾਂ ਨੇ ਸੁਣਿਆ ਉਹ ਵੀ ਤਰ ਗਏ ਨੇ, ਜਿੱਥੇ ਪਸ਼ੂਆਂ ਨੇ ਸੁਣਿਆ ਪਿਆਰਿਓ ਉਹ ਵੀ ਤਰ ਗਏ ਨੇ। ਪਸ਼ੂ ਪ੍ਰੇਤ ਮੁਗਧ ਪਏ ਸਰੋਤੇ ਹਰ ਨਾਮਾ ਮੁਖ ਗਾਇਆ। ਪਾਤਸ਼ਾਹ ਆਖਦੇ ਨੇ, ਕਹਿੰਦੇ ਨੇ ਜਦੋਂ ਪਰਮੇਸ਼ਰ ਨੇ ਆਪਣੇ ਮਨ ਦੇ ਮਾਫ ਕਰਨਾ, ਆਪਣੀ ਰਸਨਾ ਦੇ ਨਾਲ ਕੀਰਤਨ ਕਰਨਾ ਕੀਤਾ, ਜਿਹੜੇ ਪਸ਼ੂ ਪ੍ਰੇਤ ਨੇ ਮੁਗਧ ਨੇ ਸਾਰੇ ਸਰੋਤੇ ਬਣ ਗਏ ਨੇ। ਇੱਕ ਅਰਥ ਇਹ ਨਿਕਲਦੇ ਨੇ, ਜੇਕਰ ਆਪਾਂ ਅੰਦਰੂਨੀ ਭਾਵ ਦੇ ਨਾਲ ਸੋਚੀਏ, ਜਿਹੜੇ ਬੰਦਿਆਂ ਦੀਆਂ ਬਿਰਤੀਆਂ ਪਸ਼ੂਆਂ ਵਰਗੀਆਂ ਨੇ, ਪ੍ਰੇਤਾਂ ਵਰਗੀਆਂ ਨੇ, ਮੁਗਧਾਂ ਵਰਗੀਆਂ ਨੇ, ਪਾਤਸ਼ਾਹ ਆਖਦੇ ਨੇ, ਕਹਿੰਦੇ ਨੇ ਜੇਕਰ ਉਹਨਾਂ ਨੇ ਵੀ ਮਨ ਕਰਕੇ ਕੀਰਤਨ ਨੂੰ ਸੁਣਨਾ ਕੀਤਾ ਪਿਆਰਿਓ ਉਹ ਵੀ ਤਰ ਗਏ ਨੇ। ਆਪ ਜੀ ਬੜੇ ਪ੍ਰੇਮ ਦੇ ਨਾਲ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੁੜ ਮਿਲ ਬੈਠੇ ਹੋ।
ਜੇਕਰ ਆਪਾਂ ਇਤਿਹਾਸ ਅੰਦਰ ਝਾਤ ਮਾਰੀਏ, ਜਦੋਂ ਅਸੀਂ ਇਤਿਹਾਸ ਨੂੰ ਗਹੁ ਦੇ ਨਾਲ ਵਿਚਾਰਦੇ ਹਾਂ, ਇਤਿਹਾਸ ਆਖਦਾ ਕਹਿੰਦਾ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ। ਪਹਿਲੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਤੋਂ ਜੇਕਰ ਪਹਿਲਾਂ ਆਪਾਂ ਇਤਿਹਾਸ ਪੜ੍ਹੀਏ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ ਉਸ ਸਮੇਂ ਦਾ ਜਿਹੜੇ ਲੋਕ ਸਨ ਬੜੇ ਅਧਰਮੀ ਸਨ। ਕਿਸੇ ਦੇ ਵੀ ਅੰਦਰ ਧਰਮ ਨਾਂ ਦੀ ਕੋਈ ਵੀ ਚੀਜ਼ ਨਹੀਂ ਸੀ, ਬੜੇ ਅਧਰਮੀ ਸਨ, ਭਾਰ ਬਹੁਤ ਜ਼ਿਆਦਾ ਪਾਪ ਕਰਿਆ ਕਰਦੇ ਸਨ। ਜਿਸ ਦਾ ਵੀ ਜ਼ੋਰ ਚੱਲਦਾ ਸੀ ਉਹ ਧੱਕਾ ਕਰ ਲੈਂਦਾ ਸੀ। ਹਰ ਕੋਈ ਪਾਪ ਕਰਦਾ ਸੀ, ਕਿਸੇ ਦੇ ਨਾਲ ਕੋਈ ਵੀ ਦਿਲੀ ਰਿਸ਼ਤਾ ਨਹੀਂ ਸੀ, ਭਾਵ ਜਿਸ ਦੇ ਨਾਲ ਵੀ ਉਹ ਰੱਖਦੇ ਸਨ ਵੈਰ ਹੀ ਰੱਖਦੇ ਸਨ। ਇਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਦੇ ਸਮੇਂ ਦੀ ਗੱਲ ਹੈ। ਉਸ ਸਮੇਂ ਦੇ ਜਿਹੜੇ ਲੋਕ ਸਨ ਪਿਆਰਿਓ, ਬੜੇ ਅਧਰਮੀ ਸਨ, ਦਿਨ ਰਾਤ ਪਾਪ ਕਰਦੇ ਸਨ। ਜੇਕਰ ਉਸ ਸਮੇਂ ਦਾ ਕਾਜੀ ਇਨਸਾਫ ਕਰਦਾ ਸੀ, ਝੂਠ ਦਾ ਸਾਥ ਦਿਆ ਕਰਦਾ ਸੀ। ਪਿਆਰਿਓ, ਮੈਂ ਬੇਨਤੀ ਕਰਾਂ, ਜੇਕਰ ਬੰਦੇ ਨੂੰ ਇਨਸਾਫ ਚਾਹੀਦਾ ਹੋਵੇ, ਉਹ ਅਦਾਲਤ ਦੇ ਵਿੱਚ ਪੇਸ਼ ਹੁੰਦਾ ਜਾਂ ਪਿੰਡ ਦੇ ਮੋਹਤਵਾਰਾਂ ਦੇ ਕੋਲ ਜਾਂਦਾ, ਮੈਨੂੰ ਇਨਸਾਫ ਮਿਲੇ, ਪਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਪਹਿਲਾਂ ਵੱਲ ਝਾਤ ਮਾਰੀਏ ਤੇ ਕਹਿੰਦੇ ਉਸ ਸਮੇਂ ਦਾ ਕਾਜੀ ਬੇਇਨਸਾਫੀ ਸੀ। ਕਿਸੇ ਦੇ ਨਾਲ ਕੋਈ ਵੀ ਇਨਸਾਫ ਨਹੀਂ ਕਰਦਾ ਸੀ, ਭਾਵ ਝੂਠ ਦਾ ਹੀ ਸਾਥ ਦਿੰਦੇ ਸਨ, ਸੱਚ ਨੂੰ ਪਛਾਣ ਕਰ ਦਿੰਦੇ ਸਨ। ਫਿਰ ਧਰਤੀ ਨੇ ਪੁਕਾਰ ਕਰਨੀ ਕੀਤੀ। 4 ਯੁੱਗ ਬਤੀਤ ਹੋ ਰਹੇ ਨੇ, ਇਹ ਚੌਥਾ ਯੁੱਗ ਚੱਲ ਰਿਹਾ ਹੈ। ਪਹਿਲਾ ਸਤਿਯੁੱਗ ਆਇਆ, ਦੂਸਰਾ ਤ੍ਰੇਤਾ ਆਉਂਦਾ ਹੈ, ਤੀਸਰਾ ਦੁਆਪਰ। ਪਿਆਰਿਓ, ਜਿਹੜਾ ਚੌਥਾ ਇਹ ਕਲ ਯੁੱਗ ਦਾ ਸਮਾਂ ਚੱਲ ਰਿਹਾ ਹੈ। ਧਰਤੀ ਪੁਕਾਰ ਕਰਦੀ ਆ, ਕਹਿੰਦੀ ਆ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਧਰਤੀ ਨੇ ਪੁਕਾਰ ਕਰਨੀ ਕੀਤੀ। ਪਰਮੇਸ਼ਰ, ਜਦੋਂ ਸਤਿਯੁੱਗ ਦਾ ਸਮਾਂ ਸੀ, ਮੈਂ 4 ਪੈਰਾਂ ਦੇ ਉੱਪਰ ਟਿਕੀ ਹੋਈ ਸੀ, ਫਿਰ ਪਾਪ ਵਧਿਆ। ਤ੍ਰੇਤੇ ਦਾ ਸਮਾਂ ਆਇਆ, ਮੈਂ 3 ਪੈਰਾਂ ਤੇ ਖੜੀ ਹੋ ਗਈ, ਹੋਰ ਪਾਪ ਵਧਿਆ। ਦੁਆਪਰ ਦਾ ਸਮਾਂ ਆਇਆ, ਮੈਂ 2 ਪੈਰਾਂ ਤੇ ਖੜੀ ਹੋ ਗਈ। ਫਿਰ ਕਲ ਯੁੱਗ ਦਾ ਸਮਾਂ ਆਇਆ, ਧਰਤੀ ਤੇ ਇੰਨਾ ਪਾਪ ਵੱਧ ਗਿਆ ਕਿ ਮੇਰਾ 1 ਪੈਰ ਰਹਿ ਗਿਆ। ਧਰਤੀ ਪੁਕਾਰ ਕਰਦੀ ਹੈ, ਪਰਮੇਸ਼ਰ ਮੇਰੇ ਕੋਲੋਂ ਇਹਨਾਂ ਅਕਿਰਤ ਕਣਾਂ ਦਾ ਭਾਰ ਚੱਲਿਆ ਨਹੀਂ ਜਾਂਦਾ। ਪਰਮੇਸ਼ਰ ਆਖਦਾ, ਕਹਿੰਦਾ ਮੈਂ ਧਰਤੀ ਦੇ ਉੱਪਰ ਬੜੇ ਪੀਰ ਪੈਗੰਬਰ ਭੇਜੇ ਨੇ, ਸਾਰਿਆਂ ਨੇ ਆ ਕੇ ਇੱਥੇ ਆਪੋ ਆਪਣੇ ਧਰਮ ਚਲਾਉਣੇ ਕੀਤੇ ਨੇ, ਕਿਸੇ ਨੇ ਵੀ ਸੱਚ ਦਾ ਸਾਥ ਨਹੀਂ ਦਿੱਤਾ, ਸਾਰੇ ਅਧਰਮੀ ਬਣ ਬੈਠ ਗਏ ਨੇ। ਇਸ ਕਰਕੇ ਧਰਤੀ ਦੀ ਪੁਕਾਰ ਸੁਣ ਕੇ ਪਰਮੇਸ਼ਰ ਆਖਦਾ, ਕਹਿੰਦਾ ਮੈਂ 10 ਜਾਮਿਆਂ ਦੇ ਵਿੱਚ ਆਵਾਂਗੇ, ਇਸ ਧਰਤੀ ਤੋਂ ਸਾਰਾ ਅਧਰਮ ਖਤਮ ਕਰ ਦੇਵਾਂਗਾ। ਪਿਆਰਿਓ, ਧਿਆਨ ਦੇ ਕੇ ਸੁਣਿਓ, ਜਦੋਂ ਧਰਤੀ ਨੇ ਪੁਕਾਰ ਕੀਤੀ, ਪਰਮੇਸ਼ਰ ਆਖਦਾ ਮੈਂ 10 ਜਾਮਿਆਂ ਦੇ ਵਿੱਚ ਆ ਕੇ ਅਵਤਾਰ ਧਾਰਨ ਕਰਾਂਗਾ, ਫਿਰ ਇਸ ਧਰਤੀ ਤੋਂ ਸਾਰਾ ਪਾਪ, ਸਾਰਾ ਕੂੜ ਦਾ ਪਸਾਰਾ ਨਾਸ ਕਰ ਦੇਵਾਂਗਾ। ਸਮਾਂ ਆਉਂਦਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਪਿਆਰਿਓ, ਆਪਾਂ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਪੜ੍ਹਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨ ਕਰਨਾ ਕੀਤਾ। ਜਦੋਂ ਅਵਤਾਰ ਧਾਰਨ ਕੀਤਾ, ਇਹ ਜਿਹੜੀ ਪਾਪਾਂ ਦੀ ਧੁੰਦ ਪਈ ਹੋਈ ਸੀ, ਇਹ ਸਾਰੀ ਨਾਸ਼ ਹੋ ਗਈ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਵਤਾਰ ਧਾਰਨ ਕਰਦੇ ਨੇ, ਸਤਿਗੁਰਾਂ ਨੇ 4 ਉਦਾਸੀਆਂ ਕੀਤੀਆਂ, ਉਪਦੇਸ਼ ਬਖਸ਼ਿਸ਼ ਕੀਤਾ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਫਿਰ ਪਰਮੇਸ਼ਰ ਨੇ ਦੂਸਰੇ ਜਾਮੇ ਦੇ ਵਿੱਚ ਅਵਤਾਰ ਧਾਰਨ ਕਰਨਾ ਕੀਤਾ, ਭਾਵ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਪਰਮੇਸ਼ਰ ਨੇ ਇਸ ਧਰਤੀ ਤੇ ਜਨਮ ਲਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਸਾਰੀ ਲੋਕਾਈ ਤੇ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਿਆ। ਪਿਆਰਿਓ, ਫਿਰ ਸਮਾਂ ਆਉਂਦਾ ਹੈ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ। ਜਦੋਂ ਦੂਸਰੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ,
ਸੇਵਾ ਕੀਤੀ ਅਤੇ ਸਾਨੂੰ ਸਿੰਧਾਤ ਬਖਸ਼ਿਸ਼ ਕਰਨਾ ਕੀਤਾ। ਪਾਤਸ਼ਾਹ ਆਖਦੇ ਨੇ, ਕਹਿੰਦੇ ਨੇ, ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੇ ਨਿਸਤਾਰ ਜੀਓ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਆ ਪਿਆਰਿਓ। ਜਦੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਆਇਆ, ਸਤਿਗੁਰਾਂ ਨੇ ਸਾਨੂੰ ਸੇਵਾ ਦਾ ਸਿਧਾਂਤ ਬਖਸ਼ਿਸ਼ ਕਰਨਾ ਕੀਤਾ। ਬਜ਼ੁਰਗੀ ਦੀ ਅਵਸਥਾ ਸੀ, 12 ਸਾਲ ਸਿਰ ਤੇ ਗਾਗਰ ਢੋਈ। ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਦੀ ਸੇਵਾ ਕਰਨੀ ਕੀਤੀ ਅਤੇ ਫਿਰ ਸਾਨੂੰ ਇਹ ਸਿਧਾਂਤ ਦਿੱਤਾ, ਬੰਦਿਆ ਜਿਹੜੇ ਸੁੱਖ ਤੂੰ ਸੰਸਾਰ ਅੰਦਰ ਚਾਹੁੰਦਾ ਸਾਰੇ ਤੈਨੂੰ ਸੇਵਾ ਦੇ ਵਿੱਚ ਪ੍ਰਾਪਤ ਹੋ ਜਾਣਗੇ। ਪਿਆਰਿਓ, ਇਸੇ ਤਰ੍ਹਾਂ ਹੀ ਸਮਾਂ ਆਪਣੀ ਚਾਲੇ ਚੱਲਦਾ ਹੈ। ਜਦੋਂ ਸਮਾਂ ਆਪਣੀ ਚਾਲੇ ਚੱਲਦਾ ਗਿਆ, ਫਿਰ ਸਮਾਂ ਆਉਂਦਾ ਹੈ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਦੇ ਆਪਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੁੜ ਮਿਲ ਬੈਠੇ ਆ। ਪਿਆਰਿਓ, ਮੈਂ ਬੇਨਤੀ ਕਰਾਂ, ਟਿਕਾ ਬਣਾ ਕੇ ਰੱਖੋ। ਜਦੋਂ ਅਸੀਂ ਟਿਕਾ ਬਣਾ ਕੇ ਰੱਖਾਂਗੇ, ਫਿਰ ਹੀ ਸਾਨੂੰ ਸਮਝ ਆਵੇਗੀ ਕਿ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਇਹ ਸਮਾਗਮ ਕਰਨ ਦੇ ਤਾਂ ਹੀ ਫਾਇਦੇ ਹਨ ਜੇਕਰ ਅਸਾਂ ਨੇ ਗੁਰਬਾਣੀ ਨੂੰ ਆਪਣੇ ਮਨ ਅੰਦਰ ਵਸਾਉਣ ਦਾ ਯਤਨ ਕਰਨਾ ਹੈ। ਉਸ ਤਰ੍ਹਾਂ ਸਮਾਗਮਾਂ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਮੌਜ ਮੇਲਾ ਹੀ ਬਣਾ ਛੱਡਿਆ। ਇਸ ਕਰਕੇ ਬੇਨਤੀ ਹੈ, ਟਿਕਾ ਬਣਾ ਕੇ ਰੱਖੋ। ਜਦੋਂ ਟਿਕਾ ਬਣਾ ਕੇ ਬਾਣੀ ਨੂੰ ਸੁਣਾਂਗੇ ਫਿਰ ਸਮਝ ਆਵੇਗੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਿਆਰਿਓ ਸਮਾਂ ਆਇਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਪਿਤਾ ਜੀ, ਪਿਤਾ ਹਰਦਾਸ ਮਲ, ਮਾਤਾ ਦਇਆ ਕੌਰ ਜੀ, ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ। ਕਹਿੰਦੇ ਨੇ, ਪਰਮੇਸ਼ਰ ਜੇਕਰ ਤੁਸੀਂ ਸਾਡੀ ਸੇਵਾ ਤੋਂ ਤਰੁੱਠੇ ਹੋ, ਜੇਕਰ ਤੁਸੀਂ ਸਾਡੇ ਬੰਦਗੀ ਤੋਂ ਤਰੁੱਠੇ ਹੋ, ਸਾਡੀ ਝੋਲੀ ਦੇ ਵਿੱਚ ਪੁੱਤਰ ਦੀ ਦਾਤ ਨੂੰ ਪਾਉਣਾ ਕਰੋ। ਇਸ ਤਰ੍ਹਾਂ ਹਰਦਾਸ ਮੱਲ ਅਤੇ ਮਾਤਾ ਦਇਆ ਕੌਰ ਜੀ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਨੇ। ਪਿਆਰਿਓ, ਇਤਿਹਾਸ ਆਖਦਾ ਏ, ਜਦੋਂ ਪਿਤਾ ਹਰਦਾਸ ਮੱਲ ਅਤੇ ਮਾਤਾ ਦਇਆ ਕੌਰ ਜੀ ਬੇਨਤੀ ਕਰਦੇ ਨੇ, ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਹਰਦਾਸ ਮੱਲ ਜੀ ਦੇ ਘਰ ਜਨਮ ਧਾਰਨ ਕਰਨਾ ਕੀਤਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਵਤਾਰ ਧਾਰਨ ਕਰਦੇ ਨੇ। ਕਹਿੰਦੇ ਨੇ, ਮੁਖੜੇ ਦਾ ਇੰਨਾ ਤੇਜ ਪ੍ਰਤਾਪ ਜਨਮ ਲੈਂਦਿਆਂ ਹੋਇਆਂ ਵੀ ਜਿਹੜਾ ਵੀ ਆ ਕੇ ਦਰਸ਼ਨ ਕਰਦਾ ਤਨ ਮਨ ਕਰਕੇ ਨਿਹਾਲ ਹੋ ਜਾਂਦਾ ਹੈ। ਕਿਉਂਕਿ ਪਿਆਰਿਓ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ, ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨ ਕਰਨਾ ਕੀਤਾ ਸੀ, ਉਸ ਸਮੇਂ ਕਮਰੇ ਦੇ ਅੰਦਰ 8 ਮੂੰਹਾਂ ਵਾਲਾ ਦੀਵਾ ਬਲਦਾ ਸੀ। ਸਿਆਣੇ ਹੋ, ਸਤ ਸੰਗੀਓ, 8 ਮੂੰਹਾਂ ਵਾਲਾ ਜਿੱਥੇ ਦੀਵਾ ਬਲਦਾ ਹੋਵੇ ਉਸ ਦੀ ਰੋਸ਼ਨੀ ਬੜੀ ਤੇਜ਼ ਹੁੰਦੀ ਹੈ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਵਤਾਰ ਧਾਰਨ ਕਰਦੇ ਨੇ, ਉਸ ਸਮੇਂ 8 ਮੂੰਹਾਂ ਵਾਲੇ ਦੀਵੇ ਦੀ ਵੀ ਰੋਸ਼ਨੀ ਫਿੱਕੀ ਪੈ ਗਈ। ਇਸੇ ਤਰ੍ਹਾਂ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਅਵਤਾਰ ਧਾਰਨ ਕਰਦੇ ਨੇ, ਉਹਨਾਂ ਦਾ ਬੜਾ ਤੇਜ ਪ੍ਰਤਾਪ ਇਤਿਹਾਸ ਆਖਦਾ, ਕਹਿੰਦਾ ਜਿਵੇਂ ਸੂਰਜ ਦੀ ਲਾਲੀ ਹੁੰਦੀ ਹੈ। ਸੂਰਜ ਜਦੋਂ ਚੜ੍ਹਿਆ ਹੋਵੇ, ਪੂਰਾ ਸਿਖਰ ਤੇ ਹੋਵੇ, ਉਸ ਦੇ ਵੱਲ ਤੱਕਿਆ ਨਹੀਂ ਜਾਂਦਾ। ਇਸੇ ਤਰ੍ਹਾਂ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖੜੇ ਦਾ ਤੇਜ ਪ੍ਰਤਾਪ ਹੈ। ਜਿਹੜਾ ਵੀ ਆ ਕੇ ਦਰਸ਼ਨ ਕਰਦਾ, ਹਿਰਦੇ ਨੂੰ ਸ਼ਾਂਤੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸ਼ਾਂਤੀ ਪ੍ਰਾਪਤ ਹੁੰਦੀ ਜਿਵੇਂ ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਚੜ੍ਹਦਾ, ਬੜੀ ਠੰਡਕ ਦਿੰਦਾ ਏ। ਜਿਹੜਾ ਵੀ ਆ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰਿਓ ਦਰਸ਼ਨ ਕਰਦਾ, ਹਿਰਦੇ ਨੂੰ ਬੜੀ ਠੰਡਕ ਪ੍ਰਾਪਤ ਹੁੰਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਵਤਾਰ ਦੀ ਖੁਸ਼ੀ ਦੇ ਵਿੱਚ ਪਰਿਵਾਰ ਨੇ ਬੜਾ ਚਾਰ ਮਲਾਰ ਕਰਨਾ ਕੀਤਾ। ਤੁਸੀਂ ਸਿਆਣਿਓ, ਕਿਸੇ ਦੇ ਘਰ ਕੋਈ ਧੀ ਜਨਮ ਲਵੇ, ਕੋਈ ਪੁੱਤਰ ਜਨਮ ਲੇਵੇ, ਜਿੰਨੀ ਕਿਸੇ ਦੀ ਜਥਾ ਸ਼ਕਤ ਹੁੰਦੀ ਏ, ਉਹਨਾਂ ਉਹ ਆਪਣੇ ਧੀ ਪੁੱਤਰ ਦਾ ਚਾਅ ਮਲਾਰ ਕਰਦਾ ਹੈ, ਆਪਣੇ ਸੰਗੀਆਂ ਸਾਥੀਆਂ ਆਪਣੇ ਸੰਬੰਧੀਆਂ ਦੇ ਨਾਲ ਵਡਾਉਂਦਾ ਹੈ।
ਜਿੰਨੀ ਉਸ ਦੇ ਕੋਲ ਸਰਦਾ ਹੋਵੇ। ਇਸੇ ਤਰ੍ਹਾਂ ਹੀ ਬਾਬਾ ਹਰਦਾਸ ਮੱਲ ਜੀ ਨੇ ਆਪਣੀ ਸਮਰੱਥਾ ਦੇ ਅਨੁਸਾਰ ਸਾਰਿਆਂ ਦੇ ਨਾਲ ਆਪਣੇ ਚਾਅ ਨੂੰ ਸਾਂਝਾ ਕਰਨਾ ਕੀਤਾ। ਮਠਿਆਈਆਂ ਦਿੰਦੇ ਨੇ, ਕੋਈ ਮੰਗਣ ਵਾਸਤੇ ਆਉਂਦਾ ਉਹਨਾਂ ਨੂੰ ਦਾਨ ਦਿੰਦੇ ਨੇ। ਇਤਿਹਾਸ ਆਖਦਾ, ਕਹਿੰਦਾ ਇਸ ਤਰ੍ਹਾਂ ਉਹਨਾਂ ਨੇ ਆਪਣੇ ਚਾਅ ਨੂੰ ਸਾਰਿਆਂ ਦੇ ਨਾਲ ਵੰਡਿਆ। ਫਿਰ ਜੇ ਅੱਗੇ ਸਮਾਂ ਚੱਲਦਾ ਹੈ, ਬਾਬਾ ਹਰਦਾਸ ਮੱਲ ਜੀ ਦੇ ਪੁੱਤਰ ਦੀ ਸਰੀਰਕ ਉਮਰ 5 ਸਾਲ ਦੀ ਹੁੰਦੀ ਹੈ। ਉਸ ਸਮੇਂ ਉਹ ਸਾਧੂਆਂ ਦੇ ਨਾਲ ਬੜਾ ਪਿਆਰ ਕਰਦੇ ਨੇ। ਜਿੱਥੇ ਸਾਧੂਆਂ ਦੀ ਟੋਲੀ ਆਉਣੀ, ਉਹਨਾਂ ਦੇ ਵਿੱਚ ਜਾ ਕੇ ਬੈਠ ਜਾਣਾ ਅਤੇ ਪ੍ਰੇਮ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜ ਜਾਣਾ। ਵੈਰਾਗੀ ਸੁਭਾਅ ਦੇ ਨੇ। ਜਿਸ ਤਰ੍ਹਾਂ ਦਾ ਸੁਭਾਅ ਬੱਚਿਆਂ ਦਾ ਹੁੰਦਾ ਹੈ ਛੋਟੇ ਹੁੰਦਿਆਂ, ਉਸ ਤਰ੍ਹਾਂ ਦੇ ਸੁਭਾਅ ਦੇ ਨਹੀਂ ਹਨ। ਛੋਟਿਆਂ ਹੁੰਦਿਆਂ ਵੈਰਾਗੀ ਸੁਭਾਅ ਦੇ ਸਨ, ਭਾਵ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਹੋਏ ਸਨ। ਪਿਆਰਿਓ, ਜਦੋਂ ਸਰੀਰਕ ਉਮਰ 5 ਸਾਲ ਦੀ ਹੋਈ, ਉਸ ਸਮੇਂ ਮਾਤਾ ਦੇ ਨਾਲ ਵਿਛੋੜਾ ਪੈ ਗਿਆ। ਮਾਤਾ ਜੀ ਅਕਾਲ ਚਲਾਣਾ ਕਰ ਗਏ। ਬੜੇ ਛੋਟੇ ਨੇ, ਕੋਈ ਸਮਝ ਨਹੀਂ ਆਈ ਕਿ ਮਾਤਾ ਧਰਤੀ ਤੇ ਲੇਟੀ ਪਈ ਹੈ, ਇਸ ਦਾ ਕੀ ਕਾਰਨ ਹੈ। ਮਾਤਾ ਕਿਉਂ ਧਰਤੀ ਤੇ ਲੇਟੀ ਏ? ਇੱਕ ਥਾਂ ਤੇ ਬੈਠ ਕੇ ਰੀਝ ਦੇ ਨਾਲ ਤੱਕ ਰਹੇ ਨੇ ਕਿ ਮਾਤਾ ਧਰਤੀ ਤੇ ਪਈ ਹੈ, ਸਾਰੇ ਇਸ ਦੇ ਆਲੇ ਦੁਆਲੇ ਰੋ ਰਹੇ ਨੇ। ਇਸ ਦਾ ਕੀ ਕਾਰਨ ਹੈ? ਪਿਆਰਿਓ, ਅੰਤਿਮ ਸੰਸਕਾਰ ਹੁੰਦਾ ਜਦੋਂ ਘਰ ਦੇ ਵਿੱਚ ਵਾਪਸ ਆਉਂਦੇ ਨੇ ਸੰਸਕਾਰ ਕਰਕੇ, ਉਸ ਸਮੇਂ ਪਤਾ ਲੱਗਦਾ ਜਦੋਂ ਮਾਂ ਅੱਖਾਂ ਦੇ ਸਾਹਮਣੇ ਨਹੀਂ ਦਿਸਦੀ। ਮਾਂ ਦਾ ਦੁੱਖ ਪਿਆਰਿਓ ਉਹੀ ਸਮਝ ਸਕਦਾ ਜਿਸ ਦੀ ਮਾਂ ਬਚਪਨ ਦੇ ਵਿੱਚ ਚਲੀ ਜਾਵੇ। ਦੁੱਖ ਨੂੰ ਉਹੀ ਸਮਝ ਸਕਦਾ ਏ ਜਿਸ ਦੀ ਮਾਂ ਜਿਸ ਦੇ ਨਾਲੋਂ ਵਿਛੜ ਜਾਵੇ। ਮਾਂ ਦਾ ਦੁੱਖ ਬੜਾ ਹੁੰਦਾ ਹੈ। ਜਦੋਂ ਕੁਝ ਛਕਦੇ ਨੇ, ਮਾਂ ਦੇ ਹੱਥਾਂ ਦਾ ਵਰਗਾ ਸਵਾਦ ਨਹੀਂ ਆਉਂਦਾ। ਪਰ ਬਾਬਾ ਹਰਦਾਸ ਮੱਲ ਜੀ ਬੜੀ ਕੋਸ਼ਿਸ਼ ਕਰਦੇ ਨੇ ਕਿ ਮੇਰੇ ਪੁੱਤਰ ਨੂੰ ਇਸ ਦੀ ਮਾਂ ਦਾ ਖਿਆਲ ਨਾ ਆਵੇ। ਮਾਂ ਵਾਂਗ ਉਸ ਦੇ ਨਾਲ ਵਰਤਾਰਾ ਕਰਦੇ ਨੇ। ਇਸੇ ਤਰ੍ਹਾਂ ਹੀ ਸਮਾਂ ਅੱਗੇ ਚੱਲਦਾ ਹੈ। ਮੈਂ ਆਪ ਜੀ ਨੂੰ ਟੂਕ ਮਾਤਰੀ ਸੁਣਾ ਰਿਹਾ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਬਾਬਾ ਲਹਿਣਾ ਸਿੰਘ ਜੀ ਪਹੁੰਚਣ ਵਾਲੇ ਨੇ। ਜਦੋਂ ਸਰੀਰਕ ਉਮਰ 7 ਸਾਲ ਦੀ ਹੋਈ, ਫਿਰ ਉਸ ਸਮੇਂ ਪਿਤਾ ਹਰਦਾਸ ਮੱਲ ਜੀ ਵੀ ਚੜ੍ਹਾਈ ਕਰ ਜਾਂਦੇ ਨੇ। ਉਸ ਸਮੇਂ ਵੇਖਦੇ ਨੇ ਜਿਸ ਤਰ੍ਹਾਂ ਮਾਂ ਧਰਤੀ ਤੇ ਲੇਟੀ ਹੋਈ, ਅੱਜ ਪਿਤਾ ਵੀ ਲੇਟਿਆ ਹੋਇਆ ਹੈ। ਸਾਰੇ ਆਲੇ ਦੁਆਲੇ ਬੈਠ ਕੇ ਰੋ ਰਹੇ ਨੇ। ਕੁਝ ਸਮਝ ਨਾ ਆਈ। ਫਿਰ ਅੰਤਮ ਸੰਸਕਾਰ ਹੁੰਦਾ ਏ। ਉਸੇ ਤਰ੍ਹਾਂ ਹੀ ਘਰ ਦੇ ਵਿੱਚ ਵਾਪਸ ਆਏ ਨੇ। ਕੀ ਵੇਖਦੇ ਨੇ? ਜਿੱਥੇ ਪਹਿਲਾਂ ਮਾਂ ਨਹੀਂ ਸੀ ਦਿਸਦੀ, ਅੱਜ ਪਿਤਾ ਵੀ ਨਹੀਂ ਦਿਸ ਰਿਹਾ। ਪਿਆਰਿਓ, ਹਿਰਦੇ ਨੂੰ ਬੜਾ ਦੁੱਖ ਲੱਗਾ। ਬਚਪਨ ਦੇ ਵਿੱਚ ਹੀ ਮਾਤਾ ਪਿਤਾ ਦਾ ਚਲੇ ਜਾਣਾ ਬੜਾ ਔਖਾ ਹੋ ਜਾਂਦਾ ਹੈ। ਉਸ ਸਮੇਂ ਨਾਨੀ ਜੀ ਆਪਣੇ ਨਾਲ ਲੈਂਦੇ ਨੇ, ਪਿੰਡ ਬਾਸਰ ਕੇ ਚਲੇ ਜਾਂਦੇ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਨਾਨੀ ਜੀ ਦੇ ਨਾਲ ਪਿੰਡ ਬਾਸਰ ਕੇ ਚਲੇ ਜਾਂਦੇ ਨੇ। ਉੱਥੇ ਸਮਾਂ ਬਤੀਤ ਕਰਦੇ ਨੇ। ਨਾਨੀ ਜੀ ਸੋਚਦੇ ਨੇ ਪੁੱਤਰ ਸਿਆਣਾ ਹੋ ਰਿਹਾ ਏ, ਇਸ ਨੂੰ ਕਿਸੇ ਕਿਰਤ ਦੇ ਵਿੱਚ ਪਾਇਆ ਜਾਵੇ। ਪਿਆਰਿਓ, ਕੁੰਗਣੀਆਂ ਬਣਾ ਕੇ ਦੇ ਦੇਣੀਆਂ। ਕੁੰਗਣੀਆਂ ਬਣਾ ਕੇ ਦੇ ਦੇਣੀਆਂ ਅਤੇ ਕਹਿ ਕੇ ਆਉਣਾ, ਪੁੱਤਰ ਇਸ ਨੂੰ ਵੇਚ ਕੇ ਆ ਤੇ ਪੈਸੇ ਕਮਾ ਕੇ ਘਰ ਨੂੰ ਲਿਆ। ਇਸ ਕਰਕੇ ਕਰ ਰਹੇ ਨੇ ਕਿ ਹੁਣ ਤੋਂ ਹੀ ਜੇਕਰ ਕਿਰਤ ਦੇ ਵਿੱਚ ਲੱਗ ਗਿਆ, ਆਉਣ ਵਾਲਾ ਸਮਾਂ ਇਸ ਦੇ ਲਈ ਸੌਖਾ ਹੋ ਜਾਵੇਗਾ। ਪਿਆਰਿਓ, ਤੁਸੀਂ ਸੰਸਾਰੀ ਲੋਕ ਆਪਾਂ ਸਾਰੇ ਬੈਠੇ ਹੋਏ ਹਾਂ। ਆਪਾਂ ਇਹੀ ਸੋਚਦੇ ਹਾਂ ਕਿ ਜੇ ਬੱਚੇ ਨੂੰ ਹੁਣ ਤੋਂ ਹੀ ਕਿਰਤ ਦੀ ਬੋਝਾ ਪੈ ਗਈ, ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੀਵਨ ਨੂੰ ਸੌਖੇ ਢੰਗ ਦੇ ਨਾਲ ਜੀ ਸਕਦਾ ਹੈ। ਇਸੇ ਤਰ੍ਹਾਂ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨੀ ਜੀ ਕੁੰਗਣੀਆਂ ਬਣਾ ਕੇ ਦਿੰਦੇ ਨੇ। ਆਖਦੇ ਨੇ, ਕਹਿੰਦੇ ਨੇ ਪੁੱਤਰ ਇਸ ਨੂੰ ਵੇਚ ਕੇ ਆਉਣਾ ਕਰ। ਜਿਹੜੇ ਪੈਸੇ ਲੈ ਕੇ ਆਵੇਂਗਾ ਉਸ ਦੇ ਨਾਲ ਤੇਰਾ ਘਰ ਚੱਲਦਾ ਰਹੇਗਾ। ਪਿਆਰਿਓ, ਇੱਕ ਦਿਨ ਕੀ ਹੋਇਆ? ਮਾਤਾ ਜੀ ਵੱਡੀ ਚੰਗੇਰ ਭਰ ਕੇ ਕੁੰਗਣੀਆਂ ਦੀ ਸਿਰ ਤੇ ਰਖਾ ਦਿੰਦੇ ਨੇ। ਘਰੋਂ ਵੇਚਣ ਵਾਸਤੇ ਨਿਕਲੇ ਨੇ। ਜਦੋਂ ਵੇਚਣ ਵਾਸਤੇ ਨਿਕਲੇ ਨੇ, ਬਾਜ਼ਾਰ ਦੇ ਵਿੱਚ ਜਾਂਦੇ ਨੇ। ਇੱਕ ਫਕੀਰ ਆਉਂਦਾ, ਆਖਦਾ, ਕਹਿੰਦਾ ਬੜੀ ਭੁੱਖ ਲੱਗੀ ਏ, ਕੁੰਗਣੀਆਂ ਦੇਣੀਆਂ ਕਰ। ਇਤਿਹਾਸ ਆਖਦਾ ਏ ਚੌਥੇ ਪਾਤਸ਼ਾਹ ਮਹਾਰਾਜ ਜੀ